वाहिगुरु जी का खालसा वाहिगुरु जी की फतेह। गुरु प्यारी गुरु सवारी साध संगत जी, आप जी शाम की इस ऑनलाइन गुरमत क्लास में जुड़ के लाहा प्राप्त कर रहे हो। आप धन श्री गुरु ग्रंथ साहब जी की लड़ीवार संथ्या आरंभ की है। 24 शब्द धन श्री गुरु नानक देव महाराज जी के वाहिगुरु, 25 शब्द गुरु नानक देव महाराज जी के जो श्री राग ਦੇ ਵਿੱਚ ਹਨ ਉਹਨਾਂ ਦੀ ਆਪਾਂ ਸੰਥਿਆ ਤੇ ਵਿਚਾਰ ਸੰਪੂਰਨ ਕਰ ਲਈ ਹੈ। 26ਵਾਂ ਸ਼ਬਦ ਅੱਜ ਆਪਾਂ ਆਰੰਭ ਕਰਨਾ ਹੈ ਜੋ ਆਪ ਜੀ ਦੀ ਸਕਰੀਨ ਉੱਪਰ ਹੈ। ਕੀ ਰਹਿਮਤਾਂ ਕੀ ਬਖਸ਼ਿਸ਼ਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਰ ਰਹੇ ਆ। ਆਓ ਆਪਾਂ ਇਸ ਸੰਥਿਆ ਦੇ ਨਾਲ ਜੁੜੀਏ, ਮਨੋਬਿਰਤੀਆਂ ਨੂੰ ਇਕਾਗਰ ਕਰੀਏ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਧਿਆਨ ਧਰੀਏ ਤੇ ਪਾਵਨ ਬਾਣੀ ਦੀ ਸੰਥਿਆ ਆਰੰਭ ਕਰੀਏ। ਸਤਿਗੁਰੂ ਬਖਸ਼ਿਸ਼ ਕਰਦੇ ਨੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ। ਇਹੋ ਤਨ ਧਰਤੀ ਬੀਜ ਕਰਮਾ ਕਰੋ, ਸਲਲ ਆਪਾਓ ਸਾਰਿੰਗ ਪਾਣੀ। ਮਨ ਕਿਰਸਾਨ ਹਰ ਹਿਰਦੈ ਜਮਾਈ ਲੈ, ਇਉ ਪਾਵਸ ਪਦ ਨਿਰਬਾਣੀ। ਸਤਿਗੁਰੂ ਮਿਹਰ ਕਰਦੇ ਨੇ। ਇਹੋ ਤਨ ਧਰਤੀ, ਸਾਧ ਸੰਗਤ ਇੱਥੇ ਰੁਕਣਾ ਹੈ। ਇਹੋ ਤਨ ਧਰਤੀ ਬੀਜ ਕਰਮਾ ਕਰੋ, ਇਸ ਤਰ੍ਹਾਂ ਕਰਕੇ ਇਹੋ ਤਨ ਧਰਤੀ ਬੀਜ ਕਰਮਾ ਕਰੋ, ਸਲਲ ਆਪਾਓ ਸਾਰੰਗ ਪਾਣੀ। ਸਲਲ ਦਾ ਅਰਥ ਹੁੰਦਾ ਹੈ ਪਾਣੀ, ਤੇ ਸਾਰੰਗ ਪਾਣੀ ਦਾ ਅਰਥ ਇੱਥੇ ਕਰਾਂਗੇ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ। ਸਤਿਗੁਰੂ ਕਹਿੰਦੇ ਆ ਕਿ ਹੇ ਭਾਈ, ਹੇ ਮਨੁੱਖ, ਹੇ ਗੁਰਮੁਖ, ਹੇ ਪਿਆਰੇ, ਹੇ ਗੁਰਸਿੱਖਾ, ਆਪਣੇ ਸਰੀਰ ਨੂੰ, ਆਪਣੇ ਤਨ ਨੂੰ ਧਰਤੀ ਬਣਾ ਲਾ ਤੇ ਇਹਦੇ ਵਿੱਚ ਬੀਜ ਜਿਹੜਾ ਨਾ, ਬੀਜ ਉਹ ਕਰਮ ਦਾ ਬੀਜ ਪਾ। ਕਰਮ ਬਣਾ, ਕਰਮਾਂ ਨੂੰ ਬੀਜ ਬਣਾ, ਆਪਣੇ ਰੋਜ਼ਾਨਾ ਕਰਮਾਂ ਨੂੰ। ਰੋਜ਼ਾਨਾ ਸਵੇਰੇ ਉੱਠਣਾ, ਬਾਣੀ ਪੜ੍ਹਨੀ, ਬੰਦਗੀ ਕਰਨੀ। ਮਹਾਰਾਜ ਕਹਿੰਦੇ ਇਹ ਬੀਜ ਸਮਝ, ਇਹਨਾਂ ਨੂੰ ਬੀਜ ਬਣਾ ਲਾ। ਸਰੀਰ ਨੂੰ ਮਹਾਰਾਜ ਕਹਿੰਦੇ ਧਰਤੀ ਬਣਾ, ਧਰਤੀ ਵਾਂਗ ਸਮਝ, ਤੇ ਕਰਮਾਂ ਨੂੰ ਜਿਹੜਾ ਉਹ ਬੀਜਾਂ ਦੇ ਵਾਂਗ ਸਮਝ। ਧਰਤੀ ਦੇ ਵਿੱਚ ਬੀਜ ਪਿਆਉਂਦੇ ਆਪਾਂ, ਕੋਈ ਵੀ ਬੀਜ ਲਾ ਲਓ। ਮਹਾਰਾਜ ਕਹਿੰਦੇ ਕਰਮਾਂ ਦਾ ਬੀਜ, ਬੀਜ ਇਸ ਧਰਤੀ ਦੇ ਵਿੱਚ, ਸਰੀਰ ਰੂਪੀ ਧਰਤੀ ਦੇ ਵਿੱਚ ਭਾਵ ਨਿਤ ਜਪ, ਨਿਤ ਪਰਮੇਸ਼ਰ ਨੂੰ ਅਰਾਧ। ਬੀਜ ਕਰਮਾ ਕਰੋ, ਸਲਲ ਆਪਾਓ ਸਾਰੰਗ ਪਾਣੀ। ਸਲਲ ਪਾਣੀ, ਆਪਾਓ ਦਾ ਅਰਥ ਹੁੰਦਾ ਸਿੰਜਣਾ। ਸਿੰਜਦੇ ਆ ਨਾ ਧਰਤੀ ਨੂੰ, ਜਿਵੇਂ ਸੁਹਾਗਾ ਫੇਰਦੇ ਆ, ਕੁਛ ਕਰਦੇ ਆ, ਹੱਲਾਂ ਦੇ ਨਾਲ ਫੇਰਦੇ ਆ, ਫਿਰ ਉਹਦੇ ਵਿੱਚ ਪਾਣੀ ਲਾਉਂਦੇ ਆ, ਉਹਨੂੰ ਸਿੰਜਣਾ ਕਹਿੰਦੇ ਸਾਰੀ ਪ੍ਰਕਿਰਿਆ। ਮਹਾਰਾਜ ਕਹਿੰਦੇ ਫਿਰ ਉਹ ਪਾਣੀ ਲਾ, ਉਹਨੂੰ ਸਿੰਜ ਧਰਤੀ ਨੂੰ, ਤੇ ਸਾਰੰਗ ਪਾਣੀ ਕਹਿੰਦੇ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜਿਹੜਾ ਨਾ, ਉਹਦੇ ਨਾਮ ਨੂੰ ਪਾਣੀ ਬਣਾ ਕੇ ਤੇ ਸਿੰਜ ਇਹਨੂੰ। ਸਲਲ ਆਪਾਓ ਸਾਰੰਗ ਪਾਣੀ, ਉਸ ਪਰਮੇਸ਼ਰ ਦੇ ਨਾਮ ਨੂੰ ਪਾਣੀ ਪਾ ਕੇ ਸਿੰਜ ਇਸ ਧਰਤੀ ਨੂੰ, ਸਰੀਰ ਰੂਪੀ ਧਰਤੀ ਨੂੰ, ਕਰਮਾਂ ਦੇ ਬੀਜ ਪਾ ਜਿਹਦੇ ਵਿੱਚ। ਮਨ ਕਿਰਸਾਨ, ਤੇ ਮਨ ਨੂੰ ਕਿਸਾਨ ਬਣਾਉਣਾ। ਮਨ ਕਿਰਸਾਨ ਹਰ ਹਿਰਦੈ ਜਮਾਏ ਲੈ। ਮਹਾਰਾਜ ਕਹਿੰਦੇ ਮਨ ਨੂੰ ਕਿਰਸਾਨ ਬਣਾ ਕੇ ਆਪਣਾ ਹਿਰਦਾ ਜਿਹੜਾ ਨਾ, ਹਿਰਦਾ ਇਹਦੇ ਵਿੱਚ ਉਗਾ ਲੈ ਖੇਤੀ। ਹਿਰਦੈ ਉਗਾਏ ਲੈ, ਕੀ ਉਗਾਉਣਾ ਹੈ? ਪਰਮੇਸ਼ਰ ਦਾ ਨਾਮ, ਜਿਹਦੀ ਗੱਲ ਉੱਪਰਲੀ ਪੰਕਤੀ 'ਚ ਕੀਤੀ ਹੈ। ਇਉਂ ਪਾਵਸ ਪਦ ਨਿਰਬਾਣੀ। ਮਹਾਰਾਜ ਕਹਿੰਦੇ ਇੱਦਾਂ ਤੂੰ ਨਿਰਬਾਣ ਪਦ ਪ੍ਰਾਪਤ ਕਰ ਲਵੇਂਗਾ, ਭਾਵ ਤੇਰੀ ਵਾਸ਼ਨਾ ਮੁੱਕ ਜਾਵੇਗੀ, ਤੇਰਾ ਆਉਣਾ ਜਾਣਾ ਖਤਮ ਹੋ ਜਾਏਗਾ ਜੇ ਤੂੰ ਆਪਣੇ ਸਰੀਰ ਨੂੰ ਧਰਤੀ ਬਣਾ ਕੇ ਇਹਦੇ ਵਿੱਚ ਨਿੱਤ ਦੇ ਕਰਮ, ਜਿਵੇਂ ਨਿੱਤ ਦੇ ਕਰਮ ਕਿਹੜੇ ਹੁੰਦੇ ਸਾਡੇ, ਇਵੇਂ ਕਰਮ ਨਹੀਂ ਜਿਹੜੇ ਆਪਾਂ ਸੰਸਾਰ ਦੇ ਕਰਦੇ। ਨਿੱਤ ਕਰਮ ਕਿਹੜੇ ਕਰਨੇ ਆ? ਬਾਣੀ ਪੜ੍ਹਨੀ, ਬੰਦਗੀ ਕਰਨੀ, ਅੰਮ੍ਰਿਤ ਵੇਲਾ ਸਾਂਭਣਾ, ਇਹ ਸਾਰਿਆਂ ਕਰਮਾਂ ਦੀ ਗੱਲ ਕੀਤੀ ਇੱਥੇ। ਬੀਜ ਕਰਮਾ ਕਰੋ, ਸਲਲ ਆਪਾਓ ਸਾਰੰਗ ਪਾਣੀ। ਫਿਰ ਪਾਣੀ ਪਾ ਕੇ ਸਿੰਜ ਇਹਨੂੰ ਪਰਮੇਸ਼ਰ ਵਾਹਿਗੁਰੂ ਦਾ ਨਾਮ। ਮਨ ਨੂੰ ਕਿਸਾਨ ਬਣਾ ਲੈ ਤੇ ਹਿਰਦੇ 'ਚ ਪਰਮੇਸ਼ਰ ਦਾ ਨਾਮ ਜਮਾਈ ਲੈ। ਇਹੋ ਪਾਵਸ ਪਦ ਨਿਰਬਾਣੀ। ਇਵੇਂ ਤੂੰ ਉੱਤਮ ਪਦਵੀ ਪ੍ਰਾਪਤ ਕਰ ਲਵੇਂਗਾ, ਪਰਮੇਸ਼ਰ 'ਚ ਜੁੜ ਜਾਵੇਂਗਾ। ਕਾਹੇ ਗਰਭ ਸਮੂੜੇ ਮਾਇਆ,
वाहिगुरु। काहे गर्भस मूढ़े माया, पित सुतो सगल कालतर माता, तेरे होए न अंत सखाया। काहे गर्भस मूढ़े माया, पित सुतो सगल कालतर माता। इत्थे रुकना है। तेरे होए न अंत सखाया। मारे कहते कि भाई तू क्यों हंकार करता है, क्यों गर्भ ਦੇ ਵਿੱਚ ਆਉਣਾ ਹੈ। ਗਰਭਸ, ਗਰਭ ਦਾ ਅਰਥ ਨਾ ਹੰਕਾਰ ਕਰਨਾ। ਕਿਉਂ ਗਰਭ ਦਾ ਹੈ ਮੂੜਿਆ, हे ਮੂਰਖਾ, ਮਾਇਆ ਦੇ ਵਿੱਚ ਕਾਹਦਾ ਗਰਭ, ਕਾਹਦਾ ਹੰਕਾਰ ਤੇਰਾ ਮਾਇਆ ਦੇ ਵਿੱਚ। ਪਿਤ ਸੁਤੋ ਸਗਲ ਕਾਲਤਰ ਮਾਤਾ, ਕਹਿੰਦੇ ਤੇਰਾ ਪਿਤਾ, ਤੇਰਾ ਪੁੱਤਰ, ਸੁਤ ਦਾ ਅਰਥ ਹੁੰਦਾ ਪੁੱਤਰ, ਕਾਲਤਰ ਦਾ ਅਰਥ ਹੁੰਦਾ ਇਸਤਰੀ, ਤੇ ਮਾਤਾ ਦਾ ਅਰਥ ਹੁੰਦਾ ਮਾਂ। ਕਹਿੰਦੇ ਇਹ ਜਿੰਨੇ ਵੀ ਆ ਨਾ ਤੇਰੇ, ਜਿਨ੍ਹਾਂ ਦਾ ਕਰਕੇ ਤੂੰ ਹੰਕਾਰ ਕਰਦਾ ਹੈ, ਮੇਰਾ ਪਰਿਵਾਰ ਹੈ, ਮੇਰੇ ਮਾਤਾ ਪਿਤਾ, ਮੇਰੀ ਪਤਨੀ, ਮੇਰੇ ਪੁੱਤਰ, ਮਾਰੇ ਕਹਿੰਦੇ ਸਗਲੋ, ਇਹ ਸਗਲ ਜਿਹੜੇ ਆ, ਮਾਤਾ ਪਿਤਾ ਪੁੱਤਰ ਕਲੱਤਰ ਮਾਤਾ, ਤੇਰੇ ਹੋਏ ਨਾ ਅੰਤ ਸਿਖਾਇਆ। ਇਹ ਅੰਤਲੇ ਸਮੇਂ ਤੇਰੀ ਸਿਖਾਈ ਨਹੀਂ ਹੋਣਗੇ, ਭਾਵ ਅੰਤਾਂ ਨੂੰ ਇੰਨਾ ਕਿਸੇ ਨੇ ਵੀ ਤੇਰੇ ਸਹਾਈ ਨਹੀਂ ਹੋਣਾ, ਕਿਸੇ ਨੇ ਤੇਰਾ ਸਾਥ ਨਹੀਂ ਦੇਣਾ। ਇਸ ਕਰਕੇ ਪਰਮੇਸ਼ਰ ਨੂੰ ਸਿਮਰ। ਰਹਾਉ ਵਿਸ਼ਰਾਮ ਦੇ ਕੇ ਮਾਰੇ ਕਹਿੰਦੇ ਆ, ਬਿਖੈ ਬਿਕਾਰ ਦੁਸ਼ਟ ਕਿਰਖਾ ਕਰੇ, ਇਨ ਤਜ ਆਤਮੈ ਹੋਏ ਧਿਆਈ। ਜਪ ਤਪ ਸੰਜਮ ਹੋਏ ਜਬ ਰਾਖੇ, ਕਮਲ ਬਿਗਸੈ ਮਦ ਆਸਰਮਾਈ। ਸਤਿਗੁਰ ਕਹਿੰਦੇ ਆ ਦੂਸਰੇ ਪਦ ਦੇ ਅੰਦਰ, ਵਿਖੈ ਵਿਕਾਰ ਦੁਸ਼ਟ ਕਿਰਖਾ ਕਰੇ, ਇਨ ਤਜ ਆਤਮੈ ਹੋਏ ਧਿਆਈ। ਮਾਰੇ ਕਹਿੰਦੇ ਭੈੜੇ ਕਰਮ ਜਿਹੜੇ ਕਰਦਾ ਨਾ, ਵਿਖੈ ਵਿਕਾਰ ਦੇ, ਜਿਹੜੇ ਮਨੁੱਖ ਨੂੰ ਚੰਦਰੇ, ਮਾਰੇ ਕਹਿੰਦੇ ਵਿਸ਼ੇ ਵਿਕਾਰ ਲੱਗੇ ਹੋਏ ਆ। ਜਿਵੇਂ ਜ਼ਮੀਨ ਦੇ ਵਿੱਚ ਨਦੀਨ ਉੱਗ ਜਾਂਦਾ ਨਾ, ਕੋਈ ਖੇਤੀ ਬੀਜੀ ਹੋਵੇ, ਉਹਦੇ ਵਿੱਚ ਨਦੀਨ ਉੱਗ ਜਾਣ, ਤੇ ਫਿਰ ਉਹ ਕਿਸਾਨ ਕੀ ਕਰਦਾ ਕਿ ਉਹਨੂੰ ਪੁੱਟ ਦਿੰਦਾ ਹੈ ਨਦੀਨਾਂ ਨੂੰ। ਜਿਹੜੀ ਖੇਤੀ ਬੀਜੀ ਹੋਵੇ ਉਹਦੇ ਵਿੱਚ ਵਾਧੂ ਘਾਹ ਫੂਸ ਉੱਗ ਜਾਣਾ, ਉਹਨੂੰ ਨਦੀਨ ਕਿਹਾ ਜਾਂਦਾ। ਮਾਰੇ ਕਹਿੰਦੇ ਜਿਹੜੇ ਨਦੀਨ ਦੇ ਰੂਪੀ ਤੇਰੇ ਅੰਦਰ ਵਿਕਾਰ ਭੈੜੇ ਜਿਹੜੇ ਉੱਗੇ ਪਏ ਆ ਨਾ, ਵਿਖੈ ਵਿਕਾਰ ਦੁਸ਼ਟ ਕਿਰਖਾ ਕਰੇ। ਮਾਰੇ ਕਹਿੰਦੇ ਜਿਹੜੇ ਤੇਰੇ ਅੰਦਰ ਕਿਰਖਾ ਕਰੇ, ਭਾਵ ਪੁੱਟ ਦੇਵੇ ਇਹਨਾਂ ਨੂੰ, ਇਹਨਾਂ ਵਿਕਾਰਾਂ ਨੂੰ। ਇਨ ਤਜ ਆਤਮੈ ਹੋਏ ਧਿਆਈ, ਇਹਨਾਂ ਨੂੰ ਤਜ ਕੇ, ਇਹਨਾਂ ਵਿਕਾਰਾਂ ਨੂੰ ਛੱਡ ਕੇ ਇੱਕ ਪ੍ਰਭੂ ਨੂੰ, ਵਾਹਿਗੁਰੂ ਨੂੰ ਸਿਮਰ। ਹੁਣ ਸਤਿਗੁਰਾਂ ਨੇ ਦੇਖੋ ਕਿੰਨੀ ਸੁੰਦਰ ਉਦਾਹਰਨ ਦਿੱਤੀ ਖੇਤੀ ਦੀ। ਮਾਰੇ ਕਹਿੰਦੇ ਨਦੀਨ ਉੱਗਦੇ ਤੇਰੇ ਅੰਦਰ ਵਿਕਾਰਾਂ ਰੂਪੀ ਨਦੀਨ, ਇਹਨਾਂ ਨਦੀਨਾਂ ਨੂੰ ਪੁੱਟ ਕੇ, ਵਿਕਾਰਾਂ ਨੂੰ ਪੁੱਟ ਕੇ, ਕਿਰਖਾ ਕਰੇ ਦਾ ਅਰਥ ਹੁੰਦਾ ਪੁੱਟ ਦੇਣਾ। ਦੁਸ਼ਟ ਭੈੜੇ ਵਿਕਾਰ ਜਿਹੜੇ ਤੇਰੇ ਅੰਦਰ ਆ, ਇਹਨਾਂ ਨੂੰ ਪੁੱਟ ਕੇ, ਇਹਨਾਂ ਨੂੰ ਤਜ ਕੇ, ਅੰਤਰ ਆਤਮੈ ਹੋਏ ਧਿਆਈ। ਅੰਤਰ ਆਤਮੇ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਨੂੰ ਸਿਮਰ। ਜਪ ਤਾਂ ਸੰਜਮ ਹੋਏ ਜਪ ਰਾਖੇ, ਕਮਲ ਵਿਕਸੇ ਮਦ ਆਸਰਮਾਈ। ਆਸਰਮਾਈ ਇਸ ਤਰ੍ਹਾਂ ਪੜ੍ਹਨਾ ਹੈ। ਸਤਿਗੁਰ ਕਹਿੰਦੇ ਆਸਰਮਾਈ ਦਾ ਅਰਥ ਹੁੰਦਾ ਹੈ ਸ਼ਰਮ ਦਾ ਚੋਣਾ, ਜਿਵੇਂ ਰਸ ਨਹੀਂ ਚੋਂਦਾ ਉਹਨੂੰ ਆਸਰਮਾਈ ਕਿਹਾ ਜਾਂਦਾ। ਕਹਿੰਦੇ ਸੰਜਮ ਜਿਹੜਾ ਆ, ਮਨ ਨੂੰ ਵਿਕਾਰਾਂ ਵੱਲੋਂ ਰੋਕਣਾ। ਜਪ ਤਪ ਸੰਜਮ ਕਰੇ, ਜਪ ਵੀ ਕਰਨਾ, ਤਪ ਕਰਨਾ ਹੈ, ਬੰਦਗੀ ਕਰਨੀ ਆ, ਸੰਜਮ ਰੱਖਣਾ ਹੈ ਆਪਣੇ ਉੱਤੇ। ਜਪ ਰਾਖੇ, ਕਹਿੰਦੇ ਜਦੋਂ ਤੂੰ ਜਪ ਤਪ ਸੰਜਮ ਕਰਕੇ ਤੂੰ ਸੰਜਮ ਦੇ ਵਿੱਚ ਹੋ ਜਾਏਗਾ, ਜਪ ਰਾਖੇ ਜਦੋਂ ਇੰਨਾ ਕੁਛ ਕਰ ਲਵੇਂਗਾ, ਤੇ ਫਿਰ ਕਮਲ ਬਿਗਸੈ ਮਦ ਆਸਰਮਾਈ। ਮਾਰੇ ਕਹਿੰਦੇ ਤੇਰੇ ਹਿਰਦਾ ਰੂਪੀ ਜਿਹੜਾ ਕਮਲ ਦਾ ਫੁੱਲ ਆ ਨਾ, ਕੌਲ, ਇਹ ਹਿਰਦਾ ਖਿੜ ਜਾਵੇਗਾ, ਤੇ ਉਹਦੇ ਅੰਦਰ ਆਤਮਿਕ ਆਨੰਦ ਜਿਹੜਾ ਉਹ ਸਿਮਣ ਲੱਗ ਜਾਵੇਗਾ। ਅੰਦਰ ਤੇਰੇ ਆਤਮਿਕ ਆਨੰਦ ਪੈਦਾ ਹੋ ਜਾਏਗਾ, ਸਿਮ ਜਾਵੇਗਾ, ਰਸ ਸਿਮਣਾ ਸ਼ੁਰੂ ਹੋ ਜਾਵੇਗਾ ਜਦੋਂ ਤੂੰ ਪਰਮੇਸ਼ਰ ਦਾ ਨਾਮ ਭਜੇਗਾ, ਯਾਦ ਕਰੇਗਾ। ਮਦ ਦਾ ਅਰਥ ਸ਼ਾਇਦ ਆਤਮਿਕ ਰਸ। ਕਹਿੰਦੇ ਆਤਮਿਕ ਰਸ, ਇਹ ਸ਼ਾਇਦ ਜਿਹੜਾ ਚੋਣ ਲੱਗ ਪਵੇਗਾ ਤੇਰੇ ਅੰਦਰ ਜਦੋਂ ਤੂੰ ਸੰਜਮ ਦੇ ਵਿੱਚ ਆ ਜਾਵੇਗਾ। 20 ਸਪਤਾਹਰੋ ਬਾਸਰੋ ਸੰਗ੍ਰਹਿ, 3 ਕੋੜਾ ਨਿਤ ਕਾਲ ਸਾਰੈ, 10 18 ਮੈਂ ਅਪਰੰਪਰੋ। ਵਾਹਿਗੁਰੂ। 10 18 ਮੈਂ ਅਪਰੰਪਰੋ ਚੀਨੈ, ਕਹਿ ਨਾਨਕ ਇਵ ਏਕ ਤਾਰੈ। ਸਾਧ ਸੰਗਤ ਧਿਆਨ ਦੇਣਾ, ਸਤਿਗੁਰੂ ਕਹਿੰਦੇ ਆ 20 ਸਪਤਾਹਰੋ ਬਾਸਰੋ ਸੰਗ੍ਰਹਿ, ਇੱਥੇ ਰੁਕਣਾ। 3 ਕੋੜਾ ਨਿਤ ਕਾਲ ਸਾਰੈ,
10 18 मैं अपरंपरो चीनै, कह नानक इव ਏਕ ਤਾਰੈ। ਸਤਿਗੁਰ ਕਹਿੰਦੇ ਆ ਭਾਈ 20 ਸਪਤ, ਸਪਤ ਦਾ ਅਰਥ ਹੁੰਦਾ ਸਪਤਾਹਰ, ਉਹਦਾ ਅਰਥ ਹੁੰਦਾ 7 27, 20 ਤੇ 7 27 ਹੋ ਗਏ। ਮਾਰੇ ਕਹਿੰਦੇ 27 ਦਿਨ ਤੇ 27 ਨਛੱਤਰ ਮੰਨੇ ਗਏ ਆ। 20 ਤੇ 7 ਸਪਤਾਹਰੋ ਭਾਵ 27 ਦਿਨ। ਬਾਸਰੋ, ਬਾਸਰੋ ਦਾ ਅਰਥ ਦਿਨ, ਸੰਗ੍ਰਹਿ ਇਕੱਠਾ ਕਰੇ। 20 ਸਪਤਾਹਰੋ 27 ਦੇ 27 ਦਿਨ ਇਕੱਠਾ ਕਰੇ ਪਰਮੇਸ਼ਰ ਦੇ ਨਾਮ ਧਨ ਨੂੰ। ਪਰਮੇਸ਼ਰ ਦੇ ਨਾਮ ਧਨ ਨੂੰ ਇਕੱਠਾ ਕਰੇ 27 ਦਿਨ, ਭਾਵ ਹਰ ਰੋਜ਼ ਦਿਨ ਰਾਤ ਨੂੰ ਸਿਮਰੇ। ਫਿਰ 3 ਖੋੜਾ ਨਿਤ ਕਾਲ ਸਰੇ। ਫਿਰ ਕਹਿੰਦੇ 3 ਅਵਸਥਾਵਾਂ ਤੇਰੀਆਂ, ਬਾਲ, ਜਵਾਨੀ ਤੇ ਬੁਢੇਪਾ। 3 ਖੋੜਾ ਨਿਤ ਕਾਲ ਸਰੇ, ਕਾਲ ਨੂੰ ਚੇਤੇ ਰੱਖੇ। ਕਾਲ ਸਾਰੇ, ਵਾਹਿਗੁਰੂ ਮਾਫ ਕਰਨਾ, ਕਾਲ ਸਾਰੇ, ਸਾਰੇ ਦਾ ਅਰਥ ਚੇਤਾ ਰੱਖੇ, ਸਾਰ ਲਵੇ ਕਿ ਹਾਂ ਮੈਂ ਇਹਨਾਂ 3 ਅਵਸਥਾ 'ਚ ਜਾਣਾ ਹੈ ਤੇ ਮੈਨੂੰ ਮੌਤ ਇੱਕ ਨਾ ਇੱਕ ਦਿਨ ਆਉਣੀ ਹੈ। ਜ਼ਿਆਦਾਤਰ ਮੌਤ ਬੁਢੇਪੇ ਦੇ ਵਿੱਚ ਹੀ ਹੁੰਦਾ ਕਿ ਹੁਣ ਬਸ ਚਲੇ ਜਾਣਾ, ਤੇ ਬਚਪਨ ਤੇ ਜਵਾਨੀ 'ਚ ਤੇ ਪਤਾ ਹੀ ਨਹੀਂ ਹੁੰਦਾ। ਇਸ ਕਰਕੇ ਮਹਾਰਾਜ ਕਹਿੰਦੇ ਇਹਨਾਂ 3 ਅਵਸਥਾਵਾਂ 'ਚ ਮੌਤ ਨੂੰ ਯਾਦ ਰੱਖ ਕਿ ਤੂੰ ਸੰਸਾਰ ਤੋਂ ਚਲਾ ਜਾਣਾ। ਇਸ ਕਰਕੇ 27 ਦੇ 27 ਦਿਨ, 27 ਦੇ 27 ਨਛੱਤਰ, ਭਾਵ ਹਰ ਰੋਜ਼ ਉਸ ਪਰਮੇਸ਼ਰ ਦਾ ਨਾਮ ਇਕੱਠਾ ਕਰ, ਧਨ ਇਕੱਠਾ ਕਰ ਤੇ ਇਸ ਮੌਤ ਨੂੰ ਚੇਤੇ ਰੱਖ। 10 18 ਮੈਂ ਅਪਰੰਪਰੋ ਚੀਨੈ, ਕਹਿ ਨਾਨਕ ਇਵ ਏਕ ਤਾਰੈ। 10 10 ਕੀ ਹੈ? 4 ਵੇਦ ਤੇ 6 ਸ਼ਾਸਤਰ। ਕਿੰਨੇ ਹੋ ਗਏ? 10 ਤੇ 18 18 ਪੁਰਾਣਾ ਮੰਨੀਆਂ ਗਈਆਂ। ਕਹਿੰਦੇ ਕਿ ਜਿਹੜੀਆਂ 10 4 ਵੇਦ 6 ਸ਼ਾਸਤਰ ਤੇ 18 ਪੁਰਾਣਾ ਨੂੰ ਪੜ੍ਹ, ਚੀਨ ਉਹਨਾਂ ਨੂੰ ਖੋਜ। ਖੋਜਣਾ ਕੀ ਹੈ? ਉਹਦੇ ਵਿੱਚੋਂ ਪਰਮੇਸ਼ਰ ਦਾ ਨਾਮ। ਪਰ ਕਈਆਂ ਨੇ ਉਹਦੇ ਵਿੱਚੋਂ ਖੋਜਿਆ ਜਗ ਕਰਨੇ, ਕਰਮ ਕਾਂਡ ਕਰਨੇ, ਪਰ ਸਤਿਗੁਰ ਕਹਿੰਦੇ ਕਿ ਨਹੀਂ, ਉਹਨਾਂ ਨੂੰ ਖੋਜਣਾ ਚਾਹੀਦਾ ਹੈ। ਉਹਨਾਂ ਦੇ ਵਿੱਚੋਂ ਜਿਹੜਾ ਹੈ ਪਰਮੇਸ਼ਰ ਦਾ ਨਾਮ ਚੀਨ, ਪਰਮੇਸ਼ਰ ਦਾ ਨਾਮ ਖੋਜ। ਭਾਵ ਤੂੰ ਧਾਰਮਿਕ ਕਿਤਾਬਾਂ ਨੂੰ ਪੜ੍ਹ, ਉਹਨਾਂ ਦੇ ਵਿੱਚੋਂ ਇਹ ਜਾਚ ਸਿੱਖ ਕਿ ਕਿਵੇਂ ਪਰਮੇਸ਼ਰ ਨੂੰ ਮਿਲਣਾ। ਕਹਿ ਨਾਨਕ ਇਵ ਏਕ ਤਾਰੇ। ਸਤਿਗੁਰ ਕਹਿੰਦੇ ਆ ਕਿ ਇਸ ਤਰ੍ਹਾਂ ਫਿਰ ਤੂੰ ਭਵ ਸਾਗਰ ਤੋਂ ਪਾਰ ਉਤਰ ਜਾਵੇਂਗਾ, ਜਦੋਂ ਤੂੰ ਆਪਣੇ ਮਨ ਦੇ ਅੰਦਰੇ ਵਿਚਾਰ ਕਰੇਗਾ ਕਿ ਮੌਤ ਇੱਕ ਨਾ ਇੱਕ ਦਿਨ ਆਉਣੀ ਹੈ, ਤੇ ਉਸ ਪਰੰਪਰ ਨੂੰ ਚੀਨੇਗਾ, ਉਸ ਪਰਮੇਸ਼ਰ ਨੂੰ ਲੱਭੇਗਾ ਇਹਨਾਂ ਧਾਰਮਿਕ ਕਿਤਾਬਾਂ ਦੇ ਵਿੱਚੋਂ। ਇਸ ਤਰ੍ਹਾਂ ਤੂੰ ਪਾਰ ਉਤਰ ਜਾਵੇਂਗਾ। ਸ੍ਰੀ ਰਾਗ ਮਹੱਲਾ ਪਹਿਲਾ, ਘਰ ਤੀਜਾ। ਅਮਲ ਕਰ ਧਰਤੀ, ਬੀਜ ਸ਼ਬਦੋ ਕਰ, ਸੱਚ ਕੀ ਆਬ ਨਿਤ ਦੇਹੇ ਪਾਣੀ। ਹੋਏ ਕਿਰਸਾਨ ਇਮਾਨ ਜਮਾਏ ਲੈ, ਪਿਸਤ ਦੋਜਕ ਮੂੜੇ ਏਵ ਜਾਣੀ। ਹੁਣ ਸਤਿਗੁਰੂ ਬਖਸ਼ਿਸ਼ ਕਰ ਰਹੇ ਆ ਉਸ ਮਨੁੱਖ ਨੂੰ ਜਿਹੜਾ ਇਸਲਾਮ ਧਰਮ ਦੇ ਨਾਲ ਸੰਬੰਧ ਰੱਖਦਾ ਹੈ। ਜੇ ਕੋਈ ਕਾਜੀ ਹੋਵੇ ਜਾਂ ਇਸਲਾਮ ਨੂੰ ਮੰਨਣ ਵਾਲਾ। ਪਹਿਲਾਂ ਸਤਿਗੁਰਾਂ ਨੇ ਪਿਛਲੇ ਦੇ ਵਿੱਚ ਗੱਲ ਕੀਤੀ ਹੈ, ਮਹਾਰਾਜ ਨੇ 18 ਪੁਰਾਣਾ ਦੀ, ਕਹਿਣ ਤੋਂ ਭਾਵ ਉਹ ਹਿੰਦੂ ਮਨੁੱਖ ਨੂੰ ਸਮਝਾਇਆ ਹੈ, ਤੇ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਕਾਜੀ ਮਨੁੱਖ ਨੂੰ ਸਮਝਾਇਆ ਹੈ, ਤੇ ਸ਼ਬਦ ਵੀ ਉਹੀ ਵਰਤੇ ਆ, ਉਹੀ ਖੇਤੀਬਾੜੀ ਵਾਲੇ। ਮਹਾਰਾਜ ਕਹਿੰਦੇ ਅਮਲ ਕਰ ਧਰਤੀ, ਬੀਜ ਸ਼ਬਦੋ ਕਰ। ਕਿ ਭਾਈ ਆਪਣੇ ਰੋਜ਼ਾਨਾ ਹਰੇਕ ਕਰਮ ਨੂੰ ਧਰਤੀ ਬਣਾ ਲਾ। ਅਮਲ ਕਰ ਧਰਤੀ, ਅਮਲ ਕਰਨਾ, ਕਰਨੀ, ਰੋਜ਼ ਦਾ ਕਾਰੋਬਾਰ ਕਰਨਾ, ਅਮਲ ਕਰਨਾ, ਧਿਆਨ ਦੇਣਾ, ਉਹਨੂੰ ਧਰਤੀ ਬਣਾ ਲਾ। ਬੀਜ ਸ਼ਬਦੋ ਕਰ, ਤੇ ਉਹਦੇ ਵਿੱਚ ਬੀਜ ਗੁਰੂ ਦਾ ਸ਼ਬਦ ਪਾ, ਬੀਜ ਉਹਦੇ ਵਿੱਚ ਸ਼ਬਦ ਨੂੰ ਪਾ। ਫਿਰ ਸੱਚ ਕੀ ਆਬ, ਆਬ ਦਾ ਅਰਥ ਸਾਧ ਸੰਗਤ ਚਮਕ ਹੁੰਦਾ ਹੈ। ਆਬ ਦਾ ਅਰਥ ਸੱਚ ਕੀ ਆਬ ਨਿਤ ਦੇਹੇ ਪਾਣੀ। ਕਹਿੰਦੇ ਉਹਦੇ ਵਿੱਚ ਗੁਰੂ ਦਾ ਸ਼ਬਦ ਪਾ ਕੇ ਫਿਰ ਸਿਮਰਨ ਤੋਂ ਉਹਦੇ ਵਿੱਚੋਂ ਜਿਹੜਾ ਪੈਦਾ ਹੋਏਗਾ ਨਾ, ਸਿਮਰਨ ਬਾਣੀ ਪੜ੍ਹ ਕੇ, ਬੰਦਗੀ ਕਰਕੇ, ਸ਼ਬਦ ਦੇ ਨਾਲ, ਉਸ ਆਤਮਿਕ ਸੁੰਦਰਤਾ ਦਾ ਜਿਹੜਾ ਪਾਣੀ ਹੈ, ਜਿਹੜੀ ਚਮਕ ਉੱਠੇਗੀ, ਨਿਤ ਦੇਹ ਪਾਣੀ। ਉਸ ਪਾਣੀ ਜਿਹੜਾ ਹੈ ਨਾ, ਉਹਨੂੰ ਭਾਵ ਚੰਗੇ ਗੁਣ ਜਿਹੜੇ ਆ ਉਹ ਧਾਰਨ ਕਰ, ਅਮਲ ਕਰ। ਫਿਰ ਸ਼ਬਦ ਬੀਜ ਗੁਰੂ ਦਾ, ਸੱਚ ਦੀ ਆਬ, ਸੱਚ ਜਿਹੜਾ ਹੈ ਨਾ ਉਹਨੂੰ ਸਿਮਰ, ਉਸ ਸੱਚ ਦੀ ਆਬ, ਸੱਚ ਦੀ ਚਮਕ ਲੈ।
ਤੇ ਫਿਰ ਨਿਤ ਦੇ ਪਾਣੀ, ਨਿਤ ਨਿਤ ਇਹਨੂੰ ਪਾਣੀ ਦੇ, ਇਸ ਆਤਮਿਕ ਸੁੰਦਰਤਾ ਨੂੰ ਵਧਾਉਣ ਵਾਸਤੇ ਨਿਤ ਪਾਣੀ ਦੇ ਇਸ ਸੱਚ ਨੂੰ ਭਾਵ ਬੰਦਗੀ ਕਰ, ਹੋਏ ਕਿਰਸਾਨ ਈਮਾਨ ਜਮਾਈ ਲੈ। ਕਹਿੰਦੇ ਇਸ ਤਰ੍ਹਾਂ ਇੱਕ ਉਦਮੀ ਕਿਸਾਨ ਬਣ ਕੇ ਨਾ, ਕਿਸਾਨ ਦੀ ਤਰ੍ਹਾਂ ਈਮਾਨ ਨੂੰ ਜਮਾ। ਈਮਾਨ ਦਾ ਅਰਥ ਹੁੰਦਾ ਸ਼ਰਧਾ। ਮੁਸਲਮਾਨਾਂ 'ਚ ਈਮਾਨ ਕਿਹਾ ਜਾਂਦਾ ਕਿ ਤੂੰ ਇਹਦੇ ਤੇ ਈਮਾਨ ਰੱਖਦਾ। ਜਿਵੇਂ ਆਪਾਂ ਕਹਿੰਦੇ ਆ ਨਾ, ਤੂੰ ਆਪਾਂ ਗੁਰੂ ਗ੍ਰੰਥ ਸਾਹਿਬ ਤੇ ਬੜੀ ਸ਼ਰਧਾ ਰੱਖਦੇ, ਤੇ ਉਹ ਕਹਿੰਦੇ ਅਸੀਂ ਮੁਹੰਮਦ ਸਾਹਿਬ ਤੇ ਬੜਾ ਈਮਾਨ ਰੱਖਦੇ ਹਾਂ। ਇਸੇ ਤਰ੍ਹਾਂ ਇੱਕ ਸਤਿਗੁਰ ਕਹਿੰਦੇ ਜਿਹੜੀ ਸ਼ਰਧਾ ਰੱਖਣੀ ਆ ਨਾ, ਈਮਾਨ ਜਮਾਈ ਲੈ। ਕਹਿੰਦੇ ਹੋਏ ਕਿਰਸਾਨ, ਕਿਰਸਾਨ ਬਣ ਜਾ ਇੱਕ ਉਦਮੀ ਕਿਸਾਨ ਦੀ ਤਰ੍ਹਾਂ, ਈਮਾਨ ਜਮਾਈ ਲੈ ਤੇ ਸ਼ਰਧਾ ਦੀ ਖੇਤੀ ਕਰ, ਸ਼ਰਧਾ ਕਰ, ਈਮਾਨ ਰੱਖ ਪਰਮੇਸ਼ਰ ਤੇ। ਪਿਸਤ ਦੋਜਕ ਮੂੜੇ ਏ ਵਜਾਣੀ। ਕਹਿੰਦੇ ਪਿਸਤ, ਪਿਸਤ ਦਾ ਅਰਥ ਹੁੰਦਾ ਵਹਿਸ਼ਤ ਸਵਰਗ, ਤੇ ਦੋਜਕ ਦਾ ਅਰਥ ਹੁੰਦਾ ਹੈ ਸਾਧ ਸੰਗਤ ਨਰਕ। ਕਹਿੰਦੇ ਆ ਇਸ ਤਰੀਕੇ ਦੇ ਨਾਲ ਤੈਨੂੰ ਸਮਝ ਆ ਜਾਵੇਗੀ ਮੂਰਖਾ ਕਿ ਵਹਿਸ਼ਤ ਭਾਵ ਸਵਰਗ ਤੇ ਦੋਜਕ ਕੀ ਹੈ। ਭਿਸਤ ਦੋਜਕ ਮੂੜੇ ਏ ਵਜਾਣੀ। ਇਸ ਤਰ੍ਹਾਂ ਤੈਨੂੰ ਪਤਾ ਲੱਗੇਗਾ ਜੇ ਤੂੰ ਪਰਮੇਸ਼ਰ ਤੇ ਭਰੋਸਾ ਰੱਖ ਲਵੇਂਗਾ। ਮਤ ਜਾਣ ਸਹਿ ਗੱਲੀ ਪਾਇਆ, ਮਾਲ ਕਹਿ ਮਾਣੈ ਰੂਪ ਕੀ ਸ਼ੋਭਾ। ਇਤ ਵਿਧੀ ਜਨਮ ਗਵਾਇਆ ਰਹਾਉ, ਮਤ ਜਾਣ ਸਹਿ ਗੱਲੀ ਪਾਇਆ। ਇਹ ਭਾਈ, ਇਹ ਕਾਜੀ, ਇਹ ਗੁਰਮੁਖ ਇਹ ਨਾ ਜਾਣ ਕਿ ਪਰਮੇਸ਼ਰ ਵਾਹਿਗੁਰੂ ਗੱਲਾਂ ਦੇ ਨਾਲ ਮਿਲ ਜਾਵੇਗਾ। ਮਤ ਜਾਣ ਸਹਿ ਗੱਲੀ ਪਾਇਆ। ਸਹਿ ਦਾ ਅਰਥ ਉਹ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਅੱਲਾਹ। ਮਤ ਜਾਣ ਸਹਿ ਗੱਲੀ ਪਾਇਆ, ਇਹ ਨਾ ਸਮਝੀ ਕਿ ਪਰਮੇਸ਼ਰ ਗੱਲਾਂ ਦੇ ਨਾਲ ਮਿਲ ਜਾਵੇਗਾ ਰੱਬ। ਮਾਲ ਕੈ ਮਾਣੈ ਰੂਪ ਕੀ ਸੋਭਾ, ਇਤ ਵਿਧੀ ਜਨਮ ਗਵਾਇਆ ਰਹਾਉ। ਮਹਾਰਾਜ ਕਹਿੰਦੇ ਜੇ ਮਾਲ ਕੇ ਮਾਣੇ, ਮਾਣੇ ਦਾ ਅਰਥ ਹੁੰਦਾ ਹੰਕਾਰ, ਬੇਈਮਾਨੀ ਦੇ ਨਾਲ ਇਕੱਠਾ ਕੀਤਾ ਮਾਲ ਧਨ, ਉਹਦਾ ਹੰਕਾਰ, ਰੂਪ ਕੀ ਸੋਭਾ ਤੇ ਰੂਪ ਸੁੰਦਰ ਰੂਪ ਜਿਹੜਾ ਉਹਦੇ ਤੇ ਪ੍ਰਭਾਵਿਤ ਹੋਣਾ, ਉਹਦੀ ਸ਼ੋਭਾ ਕਰਨੀ, ਉਹਦੇ ਨਾਲ ਜੁੜੇ ਰਹਿਣਾ, ਰੂਪ ਕੀ ਸ਼ੋਭਾ, ਇਤ ਵਿਧੀ ਜਨਮ ਗਵਾਇਆ। ਕਹਿੰਦੇ ਇਸ ਤਰ੍ਹਾਂ ਜੁੜ ਕੇ ਇਹਨਾਂ ਵਿਧੀਆਂ ਦੇ ਨਾਲ ਮਨੁੱਖ ਅਜਾਈਂ ਚਲਾ ਜਾਂਦਾ ਹੈ, ਅਜਾਈਂ ਆਉਂਦਾ, ਅਜਾਈਂ ਚਲਾ ਜਾਂਦਾ ਹੈ। ਭਾਵ ਪਹਿਲਾ ਕੀ ਹੈ ਮਾਲ, ਭਾਵ ਧਨ ਦੇ ਨਾਲ ਪ੍ਰੀਤ ਜੋੜ ਕੇ। ਦੂਸਰਾ ਕੀ ਹੈ ਰੂਪ ਕੀ ਸ਼ੋਭਾ, ਦੂਸਰਾ ਰੂਪ ਦੀ ਸ਼ੋਭਾ ਭਾਵ ਪਰਾਇਆ ਤਨ ਜਿਹੜਾ ਹੁੰਦਾ ਹੈ, ਪਰਾਇਆ ਸਰੀਰ ਨੂੰ ਵੇਖ ਕੇ ਵਿਕਾਰ ਪੈਦਾ ਕਰਨੇ। ਮਹਾਰਾਜ ਕਹਿੰਦੇ ਇਸ ਤਰ੍ਹਾਂ ਹੀ ਮਨੁੱਖ ਇਤ ਵਿਧੀ ਜਨਮ ਗਵਾਇਆ, ਜਨਮ ਗਵਾ ਕੇ ਚਲਾ ਜਾਂਦਾ ਹੈ, ਗੱਲਾਂ ਮਾਰਦਾ ਚਲਾ ਜਾਂਦਾ ਹੈ ਕਿ ਮੈਂ ਬੜਾ ਪਰਮੇਸ਼ਰ ਨੂੰ ਯਾਦ ਕਰਦਾ ਹੈ। ਕੋਈ ਗੱਲ ਨਹੀਂ, ਪਰ ਸਤਿਗੁਰ ਕਹਿੰਦੇ ਤੇਰੇ ਮਨ ਦੇ ਵਿੱਚੋਂ ਧਨ ਦੀ ਸ਼ੋਭਾ, ਵਾਹਿਗੁਰੂ ਧਨ ਦਾ ਹੰਕਾਰ ਤੇ ਰੂਪ ਦੀ ਸ਼ੋਭਾ ਖਤਮ ਨਹੀਂ ਹੋਈ, ਇਸੇ ਤਰ੍ਹਾਂ ਤੂੰ ਜਨਮ ਗਵਾ ਕੇ ਇੱਥੋਂ ਚਲਾ ਜਾਏਗਾ। ਰਹਾਓ ਵਿਸ਼ਰਾਮ ਦੇ ਕੇ ਸਤਿਗੁਰ ਕਹਿੰਦੇ ਆ, ਐਬ ਤਨ ਚਿਕੜੋ ਇਹੋ ਮਨ ਮੀਡਕੋ, ਕਮਲ ਕੀ ਸਾਰ ਨਹੀਂ ਮੂਲ ਪਾਈ। ਭੌਰ ਉਸਤਾਦ ਨਿਤ ਭਾਖਿਆ ਬੋਲੇ, ਕਿਉਂ ਬੂਝੈ ਜਾ ਮਹਿ ਬੁਝਾਈ। ਕਹਿੰਦੇ ਆ ਹੁਣ ਉਦਾਹਰਨ ਸਤਿਗੁਰਾਂ ਨੇ ਦਿੱਤੀ ਆ ਚਿੱਕੜ ਦੀ, ਮੀਂਡਕੋ ਡੱਡੂ, ਤੇ ਭੌਰ ਉਸਤਾਦ ਭੌਰੇ ਦੀ। ਕਹਿੰਦੇ ਹੋਇਆ ਕਿ ਚਿੱਕੜ ਦੇ ਵਿੱਚ ਰਹਿੰਦਾ ਹੈ ਡੱਡੂ, ਤੇ ਉਹ ਚਿੱਕੜ ਦੇ ਵਿੱਚ ਹੀ ਬੈਠਾ ਰਹਿੰਦਾ ਹੈ, ਤੇ ਭੌਰਾ ਜਿਹੜਾ ਕਮਲ ਫੁੱਲ ਤੇ ਬੈਠਾ ਰਹਿੰਦਾ ਹੈ। ਤੇ ਸਤਿਗੁਰੂ ਕਹਿੰਦੇ ਭੌਰਾ ਰਸ ਚੂਸ ਕੇ ਚਲਾ ਜਾਂਦਾ ਹੈ, ਆਨੰਦ ਲੈਂਦਾ ਹੈ, ਤੇ ਪਰ ਚਿੱਕੜ ਦੇ ਵਿੱਚ ਬੈਠਾ ਡੱਡੂ ਕਮਲ ਦੀ ਸਾਰ ਜਾਣਦੇ ਨਹੀਂ। ਕਮਲ ਦੀ ਸਾਰ ਉਹਨੂੰ ਪਛਾਣ ਹੀ ਨਹੀਂ ਆਉਂਦੀ। ਕਮਲ ਦਾ ਫੁੱਲ ਹੁੰਦਾ ਨਾ ਉਹਦੇ, ਕਿਉਂਕਿ ਚਿੱਕੜ 'ਚ ਖਿਲਦਾ ਕਮਲ ਦਾ ਫੁੱਲ, ਤੇ ਉੱਥੇ ਡੱਡੂ ਬੈਠਾ ਹੁੰਦਾ ਤੇ ਉੱਥੇ ਭੌਰਾ ਹੁੰਦਾ ਹੈ। ਤੇ ਉਹ ਭੌਰਾ ਜਿਹੜਾ ਰਸ ਚੂਸਦਾ ਰਹਿੰਦਾ ਤੇ ਡੱਡੂ ਜਿਹੜਾ ਚਿੱਕੜ ਖਾਂਦਾ ਰਹਿੰਦਾ। ਮਹਾਰਾਜ ਕਹਿੰਦੇ ਆ ਭਾਈ ਐਬ ਤਨ ਚਿੱਕੜੋ, ਇਹ ਜਿਹੜਾ ਤਨ ਤੇਰਾ ਨਾ ਇਹ ਚਿੱਕੜ ਦੀ ਨਿਆਈ ਹੈ। ਇਸ ਚਿੱਕੜ ਦੇ ਵਿੱਚ ਇੱਕ ਡੱਡੂ ਬੈਠਾ ਹੈ, ਮਨ ਰੂਪੀ ਡੱਡੂ, ਇਹੋ ਮਨ ਮੀਂਡਕੋ। ਇਹਦੇ ਵਿੱਚ ਇੱਕ ਡੱਡੂ ਬੈਠਾ ਹੈ, ਉਹ ਹੈ ਮੀਂਡਕੋ, ਡੱਡੂ ਬੈਠਾ ਹੈ, ਇਹ ਮਨ ਰੂਪੀ ਡੱਡੂ ਇਹਦੇ ਵਿੱਚ ਬੈਠਾ ਹੈ ਤਨ ਦੇ। ਕਮਲ ਕੀ ਸਾਰ ਨੇ ਮੂਲ ਪਾਈ, ਤੇ ਉੱਥੇ ਹੀ ਕਮਲ ਜਿਹੜਾ ਉਹ ਵਸਦਾ ਹੈ। ਇੱਥੇ ਹੀ ਇਸ ਸਰੀਰ ਦੇ ਵਿੱਚ ਹੀ ਪਰਮੇਸ਼ਰ ਆ ਨਾ, ਪਰਮੇਸ਼ਰ ਰੂਪੀ ਕਮਲ ਵੀ ਇੱਥੇ ਹੀ ਵਸਦਾ। ਤੇ
ਮਨ ਰੂਪੀ ਡੱਡੂ ਜਿਹੜਾ ਉਹਦੇ ਵਿੱਚ ਬੈਠਾ ਹੈ ਤਨ ਦੇ ਵਿੱਚ, ਤੇ ਤਨ ਜਿਹੜਾ ਉਹ ਚਿੱਕੜ ਹੈ, ਇਹਦੇ ਵਿੱਚ ਵਿਕਾਰਾਂ ਦੇ ਚਿੱਕੜ ਦੇ ਨਾਲ ਤਨ ਭਰਿਆ ਪਿਆ ਹੈ, ਤੇਰਾ ਸਰੀਰ ਭਰਿਆ ਪਿਆ, ਉਹਦੇ ਵਿੱਚ ਮਨ ਜਿਹੜਾ ਡੱਡੂ ਦੀ ਤਰ੍ਹਾਂ ਲਿਬੜਿਆ ਪਿਆ, ਤੇ ਲਾਗੇ ਕੌਲ ਦਾ ਕਮਲ ਦਾ ਫੁੱਲ ਖਿੜਿਆ ਪਿਆ ਹੈ, ਭਾਵ ਪਰਮੇਸ਼ਰ ਦਾ ਨਾਮ ਹੈ ਲਾਗੇ ਹੀ, ਕਿਉਂਕਿ ਅੰਦਰ ਹੀ ਹੈ ਸਰੀਰ ਕੀ ਹੈ, ਨਾਮ ਵੀ, ਬੰਦਗੀ ਵੀ, ਵਿਕਾਰ ਵੀ, ਤੇ ਉਹਦੀ ਸਾਰ ਜਿਹੜੀ ਆ ਉਹ ਨਹੀਂ ਪਾਈ ਇਸ ਮਨ ਰੂਪੀ ਮੇਂਢਕੇ ਨੇ, ਡੱਡੂ ਨੇ। ਭੌਰ ਉਸਤਾਦ ਨਿਤ ਭਾਖਿਆ ਬੋਲੇ, ਇਉਂ ਬੂਝੇ ਜਾਂ ਨਹਿ ਬੁਝਾਈ। ਭੌਰ ਉਸਤਾਦ, ਉਸਤਾਦ ਦਾ ਅਰਥ ਹੁੰਦਾ ਗੁਰੂ। ਕਹਿੰਦੇ ਭੌਰਾ ਆਣ ਕੇ ਉਸ ਕੌਲ ਫੁੱਲ ਦੇ ਉੱਤੇ ਬੈਠ ਜਾਂਦਾ ਹੈ ਤੇ ਉਹ ਸਮੈਲ ਲੈ ਕੇ ਤੇ ਜਿਹੜਾ ਆਨੰਦ ਮਾਣਦਾ ਹੈ, ਪਰ ਕਹਿੰਦੇ ਜਿਹੜਾ ਡੱਡੂ ਹੁੰਦਾ ਉਹ ਚਿੱਕੜ 'ਚ ਹੀ ਬੈਠਾ ਰਹਿੰਦਾ ਹੈ। ਭਾਵ ਗੁਰੂ ਰੂਪੀ ਭੌਰਾ ਜਿਹੜਾ ਉਹ ਨਿੱਤ ਉਪਦੇਸ਼ ਦਿੰਦਾ ਹੈ ਕਿ ਭਾਈ ਨਾਮ ਜਪੋ, ਬੰਦਗੀ ਕਰੋ, ਸਿਮਰਨ ਕਰੋ, ਪਰ ਮਨ ਰੂਪੀ ਡੱਡੂ ਜਿਹੜਾ ਉਹਨੂੰ ਨਹੀਂ ਸੁਣਦਾ। ਭੌਰ ਉਸਤਾਦ ਨਿਤ ਭਾਖਿਆ ਬੋਲੇ, ਭਾਖਿਆ ਭਾਵ ਭਾਖਿਆ ਦੀ ਬੋਲੀ ਬੋਲਣਾ। ਭੌਰ ਉਸਤਾਦ, ਗੁਰੂ ਉਸਤਾਦ ਜਿਹੜਾ ਆ ਭੌਰੇ ਰੂਪੀ ਗੁਰੂ, ਉਹ ਰੋਜ਼ ਇਹ ਨਿਤ ਕਹਿੰਦਾ ਹੈ ਕਿ ਭਾਈ ਨਾਮ ਜਪ ਲੈ, ਬੰਦਗੀ ਕਰ ਲੈ, ਸਿਮਰਨ ਕਰ ਲੈ, ਕੁਛ ਨਹੀਂ ਨਾਲ ਜਾਣਾ। ਭਾਖਿਆ ਬੋਲੇ, ਕਿਉਂ ਬੁੱਝੈ ਜਾਂ ਨਹਿ ਬੁਝਾਈ। ਕਹਿੰਦੇ ਕਿਵੇਂ ਬੁੱਝੇ ਇਹ ਜਿਹੜਾ ਡੱਡੂ ਹੈ, ਜਿਹੜਾ ਚਿੱਕੜ ਦੇ ਵਿੱਚ ਡੁੱਬਿਆ ਆ, ਕਹਿੰਦੇ ਇਹਨੂੰ ਕੁਝ ਪਤਾ ਨਹੀਂ ਲੱਗਦੇ। ਨਹਿ ਬੁਝਾਈ, ਜਿੰਨਾ ਚਿਰ ਪਰਮੇਸ਼ਰ ਇਹਨੂੰ ਨਹੀਂ ਬੁਝਾ ਦਿੰਦਾ ਉਹਨਾਂ ਚਿਰ ਇਹ ਡੱਡੂ ਨਹੀਂ ਸਮਝਦਾ, ਇਹ ਮਨ ਜਿਹੜਾ ਹੈ ਨਹੀਂ ਸਮਝਦਾ। ਆਖਣ ਸੁਨਣਾ ਪਾਉਣ ਕੀ ਬਾਣੀ, ਇਹੋ ਮਨ ਰੱਤਾ ਮਾਇਆ। ਕਸਮ ਕੀ ਨਦਰ ਦਿਲਹਿ ਪਸੰਦੇ, ਜਿੰਨੀ ਕਰ ਏਕ ਧਿਆਇਆ। ਸਤਿਗੁਰੂ ਕਹਿੰਦੇ ਆ ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਜਿਹੜਾ ਮਨ ਹੈ ਨਾ ਮਾਇਆ ਦੇ ਰੰਗ ਦੇ ਵਿੱਚ ਰੰਗਿਆ ਹੋਇਆ। ਪਾਉਣ ਕੀ ਬਾਣੀ, ਹਵਾ ਦੀ ਨਿਆਈ, ਭਾਵ ਪਾਉਣ ਕੀ ਬਾਣੀ ਪਰਮੇਸ਼ਰ ਦਾ ਨਾਮ ਜਿਹੜਾ ਹੈ ਨਾ, ਉਹਨੂੰ ਇੱਕ ਕੰਨ 'ਚ ਸੁਣਦਾ ਹੈ ਤੇ ਦੂਸਰੇ ਕੰਨ 'ਚੋਂ ਕੱਢ ਦਿੰਦਾ। ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਮਨ ਰੱਤਾ ਮਾਇਆ, ਮਾਇਆ ਦੇ ਵਿੱਚ ਮਨ ਰੱਤਾ ਹੋਇਆ ਹੈ। ਇੱਕ ਕੰਨ 'ਚੋਂ ਪਰਮੇਸ਼ਰ ਦੀ ਗੱਲ ਸੁਣਦਾ ਹੈ ਤੇ ਦੂਸਰੇ ਕੰਨ 'ਚੋਂ ਕੱਢ ਦਿੰਦਾ, ਹਵਾ ਦੇ ਨਿਆਈ, ਪਾਉਣ ਦੀ ਨਿਆਈ। ਆਖਣ ਸੁਣਨਾ ਪਾਉਣ ਕੀ ਬਾਣੀ, ਭਾਵ ਜਦੋਂ ਇਹਨੂੰ ਦੱਸੀ ਦੀਆਂ ਨਾ ਗੱਲਾਂ ਬਾਣੀ ਦੀਆਂ, ਬੰਦਗੀ ਦੀਆਂ, ਨਾਮ ਦੀਆਂ, ਤੇ ਸੁਣ ਤੇ ਲੈਂਦਾ ਹੈ ਬੈਠਾ ਬੈਠਾ, ਪਰ ਉਹ ਤੇ ਅਮਲ ਨਹੀਂ ਕਰਦਾ। ਸੁਣ ਕੇ ਦੂਸਰੇ ਕੰਨ 'ਚੋਂ ਕੱਢ ਦਿੰਦਾ। ਕਥਾ ਸੁਣਦਾ, ਕੀਰਤਨ ਸੁਣਦਾ, ਗੁਰਦੁਆਰਿਓਂ ਬਾਹਰ ਜਾ ਕੇ ਭੁੱਲ ਜਾਂਦਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ, ਕਿਉਂਕਿ ਚਿੱਕੜ ਦੇ ਵਿੱਚ ਡੁੱਬਿਆ ਨਾ, ਇਸੇ ਕਰਕੇ ਕਹਿੰਦੇ ਇੱਥੇ ਕੋਈ ਅਸਰ ਹੀ ਨਹੀਂ ਹੁੰਦਾ। ਇਹ ਪਾਉਣ ਦੀ ਨਿਆਈ ਹਵਾ ਦੇ ਵਾਂਗੂ ਇਹਦੇ ਕੋਲੋਂ ਪਰਮੇਸ਼ਰ ਦੀਆਂ ਗੱਲਾਂ ਲੰਘ ਜਾਂਦੀਆਂ ਤੇ ਇਹ ਮਾਇਆ ਦੇ ਵਿੱਚ ਰੱਤਾ ਰਹਿ ਜਾਂਦਾ। ਖਸਮ ਕੀ ਨਦਰ ਦਿਲੇ ਪਸੰਦੇ, ਜਿੰਨੀ ਵਾਹਿਗੁਰੂ ਹਾਂ ਜਿੰਨੀ ਕਰ ਏਕ ਧਿਆਇਆ। ਸਤਿਗੁਰੂ ਕਹਿੰਦੇ ਆ, ਕਹਿੰਦੇ ਖਸਮ ਕੀ ਨਦਰ ਦਿਲੇ ਪਸੰਦੇ, ਉਹੀ ਮਾਲਕ, ਉਹੀ ਬੰਦੇ ਮਾਲਕ ਪ੍ਰਭੂ ਵਾਹਿਗੁਰੂ ਦੀ ਮਿਹਰ ਦੀ ਨਜ਼ਰ ਵਿੱਚ ਪਏ ਹਨ। ਉਹੀ ਬੰਦੇ ਦਿਲ ਦੇ ਪਿਆਰੇ ਹਨ, ਕਿਹੜੇ ਜੀ, ਜਿਨ੍ਹਾਂ ਨੇ ਪੂਰੀ ਸ਼ਰਧਾ ਨਾਲ ਉਸ ਨੂੰ ਸਿਮਰਿਆ ਹੈ। ਖਸਮ ਕੀ ਨਜ਼ਰ ਦਿਲੇ ਪਸੰਦੇ, ਕਹਿੰਦੇ ਖਸਮ ਦੀ ਨਜ਼ਰ ਉਹਨਾਂ ਤੇ ਹੁੰਦੀ ਹੈ, ਵਾਹਿਗੁਰੂ ਦੀ ਨਜ਼ਰ ਉਹਨਾਂ ਤੇ ਹੁੰਦੀ ਹੈ, ਵਾਹਿਗੁਰੂ ਦੀ ਬਖਸ਼ਿਸ਼ ਉਹਨਾਂ ਤੇ ਹੁੰਦੀ ਹੈ। ਦਿਲੇ ਪਸੰਦੇ, ਜਿਨ੍ਹਾਂ ਦੇ ਜਿਹੜੇ ਦਿਲ ਵਿੱਚ ਪਸੰਦ ਕਰਦੇ ਪਰਮੇਸ਼ਰ। ਜਿੰਨੀ ਕਰ ਏਕ ਧਿਆਇਆ, ਜਿਨ੍ਹਾਂ ਨੇ ਇੱਕ ਪਰਮੇਸ਼ਰ ਨੂੰ ਧਿਆਇਆ ਹੈ, ਇੱਕ ਕਰਕੇ ਯਾਦ ਕੀਤਾ ਵਾਹਿਗੁਰੂ ਨੂੰ। ਸਤਿਗੁਰ ਕਹਿੰਦੇ ਆ ਉਹ ਮਨੁੱਖ ਇਸ ਸੰਸਾਰ ਦੇ ਉੱਤੇ ਧਨ ਹਨ। ਜਿੰਨੀ ਕਰ ਇੱਕ ਧਿਆਇਆ, ਜਿਨ੍ਹਾਂ ਨੇ ਇੱਕ ਕਰਕੇ ਬੜੀ ਸ਼ਰਧਾ ਦੇ ਨਾਲ ਪਰਮੇਸ਼ਰ ਨੂੰ ਧਿਆਇਆ ਹੈ, ਉਹ ਪਰਮੇਸ਼ਰ ਨੂੰ ਚੰਗੇ ਲੱਗਦੇ। ਤੀਹੀ ਕਰ ਰੱਖੇ ਪੰਜ ਕਰ ਸਾਥੀ, ਨਾਉ ਸੈਤਾਨ ਮਤ ਕੱਟ ਜਾਈ। ਨਾਨਕ ਆਖੈ ਰਾਹੇ ਪੈ ਚੱਲਣਾ, ਧਨ ਕਿਤ ਕੂ ਸੰਜਿਆਹੀ। ਸਤਿਗੁਰ ਕਹਿੰਦੇ ਆ ਕਿ ਭਾਈ 30 ਕਰ ਰੱਖੇ, 30 ਰੋਜ਼ੇ ਰੱਖਦੇ ਆ ਮੁਸਲਮਾਨ ਲੋਕ, 5 ਕਰ ਸਾਥੀ ਤੇ 5 ਨਮਾਜ਼ਾਂ ਪੜ੍ਹਦੇ ਆ। ਨਾਉ ਸੈਤਾਨ ਮਤ ਕੱਟ ਜਾਈ, ਕਹਿੰਦੇ ਕਿ 30 ਰੋਜ਼ੇ ਰੱਖ ਕੇ, ਗਿਣ ਕੇ ਰੋਜ਼ੇ ਰੱਖਦਾ ਹੈ 30, ਤੇ 5 ਨਮਾਜ਼ਾਂ ਦਾ ਸਾਥੀ ਬਣਦਾ, ਤੇ ਪਰ ਇਹ ਕਰਦਾ ਸਾਰਾ ਕੁਝ ਦਿਖਾਵੇ ਦੀ ਖਾਤਰ ਹੈ।
कि कोई मैनू शैतान ना आखे, कोई मैनू माड़ा ना आखे। शैतान नाओ शैतान मत कट जाए, कहते कोई मैनू माड़ा ना कवे, कोई मैनू शैतान ना आखे। इस करके क्योंकि मुसलमान जिहड़े है ना वो ये पक्का रखते 30 रोजे ते 5 नमाज़ां दे धारनी हुंदे आ। ते जिहड़ा नहीं पढ़दा उहनूं कहंदे तूं ते शैतान ही आ, तूं परमेश्वर दा नाम नहीं जपदा, तूं 5 नमाज़ां नहीं पढ़दा ते ना 30 रोजे रखदा। इसे करके महाराज कहंदे फिर ये विखावे का कारण बनते। लोगों मन च शरधा नहीं है, शरधा भी होना कारज है। मन च तेरे शरधा नहीं, 5 नमाज़ां पढ़ी जाना है ते नाल रोजे रखी जाना, कादे वास्ते कि कोई मैनूं शैतान ना आखण लग जाए, मत घट जाए। कहते शायद इस तरह कटिया जाए, शायद इस तरह मैनूं कोई माड़ा आखे ना आखे कि ये शैतान है, इस तरह मैनूं कोई ना आखे। इस करके तूं ये 30 रोजे ते 5 नमाज़ां का साथी बनिया, 5 नमाज़ां पढ़दा। फिर कहते आ नानक आखे राहे पै चलना, माल धन कित कू संगियाही। सतगुरु कहते आ कि भाई हे काजी, हे मुसलमान, हे नाम जपण वाले, हे वो मनुख जिहड़ा मनुख विखावे वास्ते धर्म कर्म करता है। महाराज कहते भाई वेख अगे तू राहे पै चलना, परमेश्वर दे जदों इत्थों जाना है संसार दे सही रस्ते, जीवन के सही रस्ते उत्ते तेनों तुरना चाहिए है। नानक आखे राहे पै चलना। सतगुरु कहते कि मैं तेनों आखना भाई राह दे उत्ते, चंगे राह दे उत्ते चल जीवन दे, परमेश्वर नूं याद कर सिमर। तू ठगियां फरेब करके धन माल क्यों इकट्ठा करना, क्यों परमेश्वर नूं नहीं सिमरदा, धन माल इकट्ठा करने वास्ते क्यों लगा, तू निरीਆਂ गल्लां नाल लोकां नूं क्यों बतियाउणा। अपने अंदरों धन का लालच काम वापसना खत्म कर दे, क्यों इहदे विच अन्ना होया। ते इस तरह तेनों रस्ता मिल जाएगा, तेरी आतक मौत जिहड़ी आ वो नहीं होगी। नानक आखे राहे पै चलना, माल धन कित कू संजियाही। महाराज कहते क्यों तू ये धन माल झूठा इकट्ठा करते लगा, जदों तू ये संसार नूं छड्ड के इत्थों चला ही जाना। अगे सतगुरु बख्शिश करते ने, श्री राग महला पहला, घर चौथा, सोई मौला जिन जग मौलिया, हरिया किया संसार, आब खाक जिन बंद रहाई, धन सिरजनहारो। सोई मौला जिन जग मौलिया, हरिया किया संसार। जिस मालक ने, वाहिगुरु ने, मौला का अर्थ मालक, सब जग मौलिया होया, खिड़ाया होया, प्रफुल्लित किया, बनाया है। हरिया किया संसार, सारे संसार नूं जिन्ने हरिया भरिया किया होया है, सारे संसार नूं बनाया है, इहदे विच अपनी जोत टिका के इहनूं हरिया भरिया किया है। सतगुर कहंदे आ आप खाक जिन बंद रहाई, धन सिरजनहार। सतगुर कहंदे आप दा अर्थ करांगे पानी, खाक खाक दा अर्थ करांगे मिट्टी। आप खाक जिन बंद रहाई, जिन्हें बन के रखी हुई है, पानी भी बन के रखिया ते मिट्टी भी बन के रखी है। देखो किन्ने समुंदर आ साडे आसे पासे धरती दे, वो कदी नहीं अपने वस तो बाहर होंगे। तो इस तरह धरती भी कदी ये नहीं डुबदी, बन के रखे है ना उन्हें। आप खाक जिन बंद रहाई, धन सिरजनहारो। मार कहते धन है वो सिरजनहारा जिन्हें सारी धरती के तत्तां नूं, हर चीज़ नूं बड़े ढंग दे नाल बन के रखिया है। पानी नूं भी बन के रखिया है ते उस परमेश्वर ने धरती नूं भी बन के रखिया है। बड़ा धन है सिरजनहार, ਉਹਦੇ ਤੋਂ ਬਲਹਾਰ ने जाना चाहिए जिन्हें सारा कुछ अपने डर च रखिया। मरना मुल्ला मरना, भी करतार हों डरना रहाओ। हे मुल्ला, हे नाम जपण वाले भाई, हे गुरमुख, मर जाना है, चले जाना है, मर जाना है, संसार तो चले जाना है। मरना मुल्ला मरना, भी करतारों डरना। इस करके उस करतार वाहिगुरु तो डरना चाहिए, उस परमेश्वर तो डर, उतों डर उस वाहिगुरु तो, क्योंकि मौत तेनों जिहड़ी पता नहीं कदों आ जानी। मरना मुल्ला मरना, भी करतारों डरना रहाओ। ता तू मुल्ला ता तू काजी, जान है नाम खुदाई,
जे बहु तेरा पढ़िया होवै, को भरै ना, को रहै न भरियै पाई। ता तू ਮੁੱਲਾ ਤਾ ਤੂੰ ਕਾਜੀ, ਜਾਣ ਹੈ ਨਾਮ ਖੁਦਾਈ। ਅਸਲ ਦੇ ਵਿੱਚ ਭਾਈ ਨਿਰੀਆਂ ਕਿਤਾਬਾਂ ਪੜ੍ਹਨ ਦੇ ਨਾਲ ਤੂੰ ਕਾਜੀ ਨਹੀਂ ਬਣ ਜਾਂਦਾ, ਤੂੰ ਮੁੱਲਾ ਨਹੀਂ ਬਣ ਜਾਂਦਾ, ਤੂੰ ਗਿਆਨੀ ਨਹੀਂ ਬਣ ਜਾਂਦਾ, ਤੂੰ ਪੰਡਤ ਨਹੀਂ ਬਣ ਜਾਂਦਾ, ਤੂੰ ਧਾਰਮਿਕ ਵਿਅਕਤੀ ਇਕੱਲਾ ਪੜ੍ਹਨ ਦੇ ਨਾਮ ਨਾਲ ਹੀ ਨਹੀਂ ਬਣ ਜਾਂਦਾ। ਫਿਰ ਬਣੇਗਾ ਕਿਵੇਂ? ਤਾਂ ਤੂੰ ਮੁੱਲਾ ਤਾਂ ਤੂੰ ਕਾਜੀ, ਜਾਣੈ ਨਾਮ ਖੁਦਾਈ। ਜਦੋਂ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਾਣ ਲਵੇਗਾ ਨਾ, ਜਦੋਂ ਉਹਦੇ ਵਿੱਚ ਆਪਣੀ ਸੁਰਤ ਜੋੜ ਲਵੇਗਾ, ਜਦੋਂ ਤੂੰ ਇਸ ਡਰ ਨੂੰ ਖਤਮ ਕਰ ਲਵੇਗਾ ਆਪਣੇ ਹਿਰਦੇ ਚੋਂ, ਪਰਮੇਸ਼ਰ ਦੇ ਨਾਮ ਦੇ ਵਿੱਚ ਆਪਣੀ ਡੂੰਘੀ ਸਾਂਝ ਬਣਾ ਲਵੇਗਾ, ਫਿਰ ਸਤਿਗੁਰੂ ਕਹਿੰਦੇ ਆ ਤੂੰ ਅਸਲੀ ਮੁੱਲਾ, ਅਸਲੀ ਗਿਆਨੀ, ਅਸਲੀ ਵਿਦਵਤਾਵਾਨ ਮਨੁੱਖ ਹੈ। ਇਕੱਲੀਆਂ ਪੜ੍ਹਨ ਦੇ ਨਾਲ ਕਿਤਾਬਾਂ ਤੋਂ ਧਾਰਮਿਕ ਮਨੁੱਖ ਨਹੀਂ ਬਣ ਜਾਂਦਾ। ਜੇ ਬਹੁ ਤੇਰਾ ਪੜ੍ਹਿਆ ਹੋਵੈ, ਕੋ ਰਹਿ ਨਾ ਭਰੀਏ ਪਾਈ। ਕਹਿੰਦੇ ਭਾਵੇਂ ਤੂੰ ਕਿਤਨਾ ਵੀ ਕਿਤਾਬਾਂ ਪੜ੍ਹੀਆਂ ਹੋਣ, ਪੜ੍ਹ ਜਾਏ, ਤੇ ਮੌਤ ਜਿਹੜੀ ਉਹ ਫਿਰ ਵੀ ਨਹੀਂ ਟਲਣੀ। ਮੌਤ ਨੇ ਇੱਕ ਨਾ ਇੱਕ ਦਿਨ ਆਉਣਾ ਹੀ ਆਉਣਾ। ਜੇ ਬਹੁ ਤੇਰਾ ਪੜ੍ਹਿਆ ਹੋਵੇ, ਤੇਰਾ ਪੜ੍ਹਿਆ ਲਿਖਿਆ ਤੇਰੇ ਕੰਮ ਨਹੀਂ ਆਉਣਾ, ਕੋ ਰਹੇ ਨਾ ਭਰੀਏ ਪਾਈ। ਮਹਾਰਾਜ ਕਹਿੰਦੇ ਜਦੋਂ ਤੈਨੂੰ ਮੌਤ ਆਈ ਨਾ, ਜਦੋਂ ਤੇਰੀ ਭਰ ਗਈ, ਭਾਵ ਸਵਾਸ ਪੂਰੇ ਹੋ ਗਏ, ਭਰੀਏ ਪਾਈ ਭਾਵ ਜਦੋਂ ਤੇਰੇ ਸਵਾਸ ਪੂਰੇ ਹੋ ਗਏ, ਭਰ ਗਿਆ, ਇਹ ਜਿਹੜੀ ਮੌਤ ਦਾ ਆਖਰੀ ਸਮਾਂ ਆ ਗਿਆ, ਭਾਵ ਇਹ ਸਵਾਸਾਂ ਰੂਪੀ ਘੜਾ ਜਿਹੜਾ ਭਰ ਗਿਆ, ਤੇ ਉਸ ਸਮੇਂ ਤੈਨੂੰ ਮੌਤ ਆ ਜਾਣੀ ਆ। ਤੇ ਮਹਾਰਾਜ ਕਹਿੰਦੇ ਤੇਰਾ ਪੜ੍ਹਿਆ ਲਿਖਿਆ ਇੱਥੇ ਰਹਿ ਜਾਣਾ। ਕਹਿੰਦਾ ਹੈ ਕਿ ਸਤਿਗੁਰੂ ਕਹਿੰਦੇ ਕਿ ਤੇਰਾ ਪੜ੍ਹਿਆ ਲਿਖਿਆ ਸਾਰਾ ਇੱਥੇ ਹੀ ਰਹਿ ਜਾਣਾ, ਕੋ ਰਹੇ ਨਾ ਭਰੀਏ ਪਾਈ। ਤੈਨੂੰ ਜਿਹੜਾ ਪੜ੍ਹੇ ਲਿਖੇ ਨੇ ਤੈਨੂੰ ਬਚਾਉਣਾ ਨਹੀਂ ਜਦੋਂ ਤੇਰਾ ਅਖੀਰਲਾ ਸਮਾਂ ਆਇਆ। ਸੋਈ ਕਾਜੀ ਜਿਨ ਆਪ ਤਜਿਆ, ਇੱਕ ਨਾਮ ਕੀਆ ਆਧਾਰੋ, ਹੈਪੀ ਹੋਸੀ ਜਾਏ ਨਾ ਜਾਸੀ, ਸੱਚਾ ਸਿਰਜਣਹਾਰੋ। ਸਤਿਗੁਰ ਕਹਿੰਦੇ ਆ ਭਾਈ ਅਸਲ ਦੇ ਵਿੱਚ ਉਹੀ ਕਾਜੀ ਹੈ। ਕਾਜੀ ਤੋਂ ਭਾਵ ਲੈਣਾ ਆਪਾਂ ਧਾਰਮਿਕ ਮਨੁੱਖ, ਜਿਹੜਾ ਨਾਮ ਜਿਹੜਾ ਆਪਣੇ ਆਪ ਨੂੰ ਧਾਰਮਿਕ ਕਹਿੰਦਾ ਹੈ। ਸਤਿਗੁਰ ਕਹਿੰਦੇ ਆ ਭਾਈ ਸੋਈ ਕਾਜੀ, ਕਾਜੀ ਉਹੀ ਹੈ, ਉਹੀ ਅਸਲੀ ਧਾਰਮਿਕ ਮਨੁੱਖ ਹੈ ਜਿਨ ਆਪ ਤਜਿਆ, ਜਿਹਨੇ ਆਪਾ ਤਜ ਦਿੱਤਾ, ਆਪਣਾ ਆਪਾ ਖਤਮ ਕਰ ਦਿੱਤਾ। ਇੱਕ ਨਾਮ ਕੀਆ ਆਧਾਰੋ, ਜਿਹਨੇ ਇੱਕ ਨਾਮ ਨੂੰ, ਪਰਮੇਸ਼ਰ ਦੇ ਨਾਮ ਨੂੰ ਆਧਾਰੋ ਆਪਣਾ ਆਸਰਾ ਬਣਾ ਲਿਆ, ਅਸਲੀ ਉਹੀ ਧਰਮੀ ਮਨੁੱਖ ਹੈ ਵੀ ਉਸੀ ਜਾਏ ਨਾ ਜਾਸੀ, ਸੱਚਾ ਸਿਰਜਣਹਾਰ। ਕਹਿੰਦੇ ਜੋ ਹੁਣ ਵੀ ਹੈ ਵੀ, ਹੋਸੀ ਹੋਵੇਗਾ ਵੀ, ਜਾਏ ਨਾ ਜਾਸੀ ਜਿਹੜਾ ਜਾਂਦਾ ਨਹੀਂ ਹੈ, ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ, ਸੱਚਾ ਸਿਰਜਣਹਾਰੋ ਜਿਹੜਾ ਪਰਮੇਸ਼ਰ ਸਦਾ ਹੀ ਸੱਚਾ ਹੈ, ਸਿਰਜਣਹਾਰ ਹੈ, ਜਿਹਨੇ ਸਾਰਾ ਕੁਝ ਪੈਦਾ ਕੀਤਾ ਬਣਾਇਆ ਹੈ, ਜਿਹੜਾ ਉਹਨੂੰ ਜਪਦਾ ਹੈ। ਮਹਾਰਾਜ ਕਹਿੰਦੇ ਉਹਨੂੰ ਆਪਣਾ ਆਸਰਾ ਬਣਾਉਂਦਾ ਹੈ। ਅਸਲੀ ਧਾਰਮਿਕ ਮਨੁੱਖ ਉਹੀ ਹੈ, ਅਸਲੀ ਕਾਜੀ ਉਹੀ ਹੈ। ਪੰਜ ਵਕਤ ਨਿਵਾਜ ਗੁਜ਼ਾਰਹਿ, ਪੜ੍ਹੇ ਕਤੇਬ ਕੁਰਾਣਾ, ਨਾਨਕ ਆਖੈ ਗੋਰ ਸਦੇ, ਰਹਿਓ ਪੀਣਾ ਖਾਣਾ। ਕੁਰਾਨਾ ਨਹੀਂ ਪੜ੍ਹਨਾ, ਕੁਰਾਣਾ ਪੜ੍ਹਨਾ, ਨਾਣਾ ਸ਼ਬਦ ਲੱਗਾ, ਕੁਰਾਣਾ। ਸਤਿਗੁਰ ਕਹਿੰਦੇ ਪੰਜ ਵਕਤ ਦੀਆਂ ਨਿਵਾਜ਼ਾਂ, ਪੰਜ ਵਕਤ ਨਿਵਾਜ ਗੁਜ਼ਾਰੇ, ਪੰਜ ਨਿਵਾਜ਼ਾਂ ਪੜ੍ਹਦਾ ਹੈ, ਪੰਜ ਵਕਤ ਨਿਵਾਜ ਗੁਜ਼ਾਰੇ, ਪੜ੍ਹੇ ਕਤੇਬ ਕੁਰਾਣਾ। ਮਹਾਰਾਜ ਕਹਿੰਦੇ ਕਤੇਬਾਂ ਪੜ੍ਹਦਾ ਹੈ, ਧਾਰਮਿਕ ਮੁਸਲਮਾਨੀ ਪੁਸਤਕਾਂ ਪੜ੍ਹਦਾ ਹੈ, ਪੜ੍ਹੇ ਕਤੇਬਾਂ, ਕਤੇਬ ਕੁਰਾਣਾ ਨੂੰ ਪੜ੍ਹਦਾ ਹੈ। ਮਹਾਰਾਜ ਕਹਿੰਦੇ ਨਾਨਕ ਆਖੈ ਗੋਰ ਸਦਾਈ, ਗੋਰ ਦਾ ਅਰਥ ਹੁੰਦਾ ਕਬਰ, ਸਦਾਈ ਭਾਵ ਸਦਦੀ ਹੈ। ਰਹਿਓ ਪੀਣਾ ਖਾਣਾ, ਜਦੋਂ ਤੇਰਾ ਦਾਣਾ ਪਾਣੀ ਮੁੱਕ ਗਿਆ ਤੇ ਤੈਨੂੰ ਅੰਤ ਨੂੰ ਗੋਰ ਦੇ ਵਿੱਚ, ਮੜੀ ਦੇ ਵਿੱਚ ਜਾਣਾ ਪੈਣਾ, ਤੇ ਇਸ ਕਰਕੇ ਤੇਰੀ ਮੌਤ ਜਿਹੜੀ ਉਹ ਆਉਣੀ ਆਉਣੀ ਹੈ। ਜੋ ਰਹਾਉ ਦੇ ਬੰਦ ਚ ਕਿਹਾ ਹੈ ਨਾ, ਮਰਨਾ ਮੁੱਲਾ ਮਰਨਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਮੌਤ ਨੇ ਆ ਜਾਣਾ ਹੈ, ਤੇ ਤੂੰ ਜਿਹੜੀਆਂ ਪੰਜ ਨਿਵਾਜ਼ਾਂ ਗੁਜ਼ਾਰਦਾ, ਕਤੇਬਾਂ ਕੁਰਾਣਾ ਪੜ੍ਹਦਾ, ਇੱਥੇ ਧਰੀਆਂ ਦੀਆਂ ਧਰੀਆਂ ਰਹਿ ਜਾਣੀਆਂ, ਤੈਨੂੰ ਗੋਰ ਨੇ ਸੱਦ ਕੇ ਲੈ ਜਾਣਾ। ਨਾਨਕ ਆਖੇ ਗੁਰ ਸਦੇ, ਗੋਰ ਨੇ ਸੱਦ ਕੇ ਆਪਣੇ ਵਿੱਚ ਤੈਨੂੰ ਬਿਠਾ ਲੈਣਾ ਹੈ। ਤੇਰਾ ਖਾਣਾ ਪੀਣਾ ਜਿਹੜਾ ਇੱਥੇ ਹੀ ਰਹਿ ਜਾਣਾ ਹੈ, ਇੱਥੇ ਤੂੰ ਪਿਆ ਰਹਿ ਜਾਣਾ ਹੈ। ਇਸ ਕਰਕੇ ਤੂੰ ਉਹਦਾ ਨਾਮ ਜਪ ਲਾ, ਤਾਂ ਕਿ ਤੇਰਾ ਜਿਹੜਾ ਨਾ ਡਰ ਦੂਰ ਹੋ ਜਾਵੇ, ਤੇ
ਜਿਹੜੀਆਂ 5 ਨਿਵਾਜ਼ਾਂ ਗੁਜ਼ਾਰਦਾ ਉਹਨੂੰ ਪਿਆਰ ਦੇ ਨਾਲ ਗੁਜ਼ਾਰ। ਜੇ ਬਾਣੀ ਪੜ੍ਹਦਾ ਉਹਨੂੰ ਪਿਆਰ ਦੇ ਨਾਲ ਪੜ੍ਹ। ਜੇ ਬੰਦਗੀ ਕਰਦਾ ਉਹਨੂੰ ਪਿਆਰ ਦੇ ਨਾਲ ਕਰ। ਬਸ ਐ ਟਾਈਮ ਪਾਸ ਨਾ ਕਰ, ਐਵੇਂ ਲੋਕਾਂ ਨੂੰ ਵਿਖਾਉਣ ਵਾਸਤੇ ਨਾ ਕਰ। ਜੇ ਪੜ੍ਹਦਾ ਕਿਤਾਬਾਂ, ਜੇ ਬਾਣੀ ਦਾ ਪਾਠ ਕਰਦਾ, ਜੇ ਸੁਖਮਨੀ ਸਾਹਿਬ ਕਰਦਾ ਤੇ ਉਹ ਵੀ ਪਰਮੇਸ਼ਰ ਦੇ ਨਾਮ ਨੂੰ ਜੇ ਸਿਮਰਦਾ ਤੇ ਲੋਕਾਂ ਨੂੰ ਵਿਖਾਉਣ ਵਾਸਤੇ ਨਾ ਸਿਮਰ। ਆਪਣੀ ਮੁਕਤੀ ਦਾ ਕੋਈ ਹੱਲ ਕਰ ਲਾ ਤਾਂ ਕਿ ਤੇਰਾ ਅੰਦਰਲਾ ਡਰ ਖਤਮ ਹੋ ਜਾਵੇ, ਕਿਉਂਕਿ ਮੌਤ ਜਿਹੜੀ ਉਹ ਤੈਨੂੰ ਸੱਦ ਰਹੀ ਹੈ। ਨਾਨਕ ਆਖੇ ਗੁਰ ਸਦਈ, ਰਹਿਓ ਪੀਣਾ ਖਾਣਾ। ਫਿਰ ਇੱਥੇ ਦਾ ਇੱਥੇ ਧਰਿਆ ਧਰਾਇਆ ਰਹਿ ਜਾਣਾ। ਜੋ ਵੀ ਮਨੁੱਖ ਖਾਂਦਾ ਹੈ, ਜੋ ਵੀ ਪੀਂਦਾ ਹੈ, ਇੱਥੇ ਹੀ ਰਹਿ ਜਾਣਾ। ਇਸ ਕਰਕੇ ਸਤਿਗੁਰਾਂ ਨੇ ਕਿਹਾ ਉਸ ਪਰਮੇਸ਼ਰ ਵਾਹਿਗੁਰੂ ਨੂੰ ਸਿਮਰ ਲਾ। ਸੋ ਸਾਧ ਸੰਗਤ ਇੱਥੇ ਹੀ ਆਪਾਂ ਸਮਾਪਤੀ ਕਰਦੇ ਹਾਂ। 3 ਸ਼ਬਦ ਆਪਾਂ ਅੱਜ ਕੀਤੇ ਆ, ਕੁੱਲ 28 ਸ਼ਬਦ ਹੋ ਚੁੱਕੇ ਨੇ ਤੇ ਕੱਲ ਨੂੰ ਆਪਾਂ 29ਵਾਂ ਸ਼ਬਦ ਜਿਹੜਾ ਹੈ ਉਹ ਆਪਾਂ ਆਰੰਭ ਕਰਨਾ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ। ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਸੰਗਤ ਬਖਸ਼ਣਹਾਰ ਹੈ ਬਖਸ਼ ਲੈਣਾ ਜੀ। ਕਿਉਂਕਿ ਗੁਰਬਾਣੀ ਦੀ ਸੰਥਿਆ ਕੋਈ ਸੌਖਾ ਕਾਰਜ ਨਹੀਂ ਹੁੰਦਾ। ਹਰ ਅੱਖਰ ਨੂੰ ਪੜ੍ਹਨਾ, ਫਿਰ ਉਹਨੂੰ ਇੱਕ ਢੰਗ ਦੇ ਨਾਲ ਵਿਚਾਰਨਾ ਕਾਫੀ ਜਿਹੜਾ ਮਿਹਨਤ ਭਰਿਆ ਕਾਰਜ ਹੁੰਦਾ। ਚਲੋ ਸਤਿਗੁਰੂ ਜਿੰਨੀ ਕੁ ਸਮੱਤ ਬਖਸ਼ਦੇ ਨੇ ਉਸ ਹਿਸਾਬ ਦੇ ਨਾਲ ਕਰਾ ਰਹੇ ਆ। ਆਪ ਜੀ ਨੇ ਹੋਈਆਂ ਭੁੱਲਾਂ ਚੁੱਕਾਂ ਬਖਸ਼ ਲੈਣੀਆਂ। ਸ਼ਾਮ ਨੂੰ 7 ਵਜੇ ਇਤਿਹਾਸ ਦੀ ਕਥਾ ਨਾਨਕਵਾੜੀ ਗੁਰਦੁਆਰਾ ਚੱਲ ਰਹੀ ਹੈ। ਉਹ ਆਪ ਜੀ ਨੂੰ ਲਿੰਕ ਭੇਜ ਦਿੱਤਾ ਜਾਵੇਗਾ ਗਰੁੱਪਾਂ ਦੇ ਅੰਦਰ, ਉਹਦੇ ਉੱਤੇ ਕਲਿੱਕ ਕਰਕੇ ਤੁਸੀਂ ਜੁੜ ਸਕਦੇ ਹੋ। ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।